नमस्कार, आदाब, सत श्री अकाल। चैनल पंजाबी देख रहे सारे ही दर्शकों का स्वागत है। मैं हरदुपिंदर कौर ते हाज़र लैके देश विदेश नाल जुड़ियां कुछ खास खबरां। शुरुआत करते हैं हैडलाइंस दे नाल। सिटी ऑफ टोरंटो का अहम फैसला, सिख सिक्योरिटी गार्ड हुण दाड़ी रख के कर सकणगे काम। लाजमी नियम कारण 100 के करीब सिखां दी गई सी नौकरी। कैनेडा जाण वालियां लई खुशी दी खबर, 6 जुलाई तो मुड़ शुरू हो रहे ने सारे एक्सप्रैस एंट्री ड्रॉ। कैनेडा ने कड्डे पीएनपी ड्रॉ, कई प्रवासियों नूं मिलिया पक्के होण दा मौका। इमीग्रेशन न्यूजीलैंड ने प्रवासियों सिर पाया भार, फीसां विच कीता गया 43% वाधे दा ऐलान। हुण इन्हां खबरां दा विस्तार। शुरुआत विच गल करांगे कैनेडा विच वसे सिखां नाल जुड़ी एक अहम खबर तो। बीते कुछ सालों तो भारत ਅਤੇ विशेष करके पंजाब तो कैनेडा विच जा रहे मुंडे ਅਤੇ ਕੁੜੀਆਂ ਵੱਲੋਂ सिक्योरिटी गार्ड ਦਾ ਲਾਇਸੈਂਸ ਬਣਵਾ ਕੇ ਕੰਮ ਕੀਤਾ ਜਾਂਦਾ ਹੈ, ਜਿਸ ਨਾਲ ਉਹਨਾਂ ਨੂੰ ਪੀਆਰ ਲੈਣ ਯਾਨੀ ਕਿ ਪੱਕੇ ਹੋਣ ਵਿੱਚ ਵੀ ਮਦਦ ਮਿਲ ਜਾਂਦੀ ਹੈ। ਕੈਨੇਡਾ 'ਚ ਪੱਕੀ ਇਮੀਗ੍ਰੇਸ਼ਨ ਦੀ ਲੋੜ ਹੋਣ ਕਾਰਨ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਆਮ ਤੌਰ ਤੇ ਕੰਪਨੀਆਂ ਦੇ ਪ੍ਰਬੰਧਕਾਂ ਦੀਆਂ ਸਖਤ ਸ਼ਰਤਾਂ ਮੰਨਣ ਲਈ ਮਜਬੂਰ ਵੀ ਹੋਣਾ ਪੈਂਦਾ ਹੈ। ਇਸ ਸਭ ਦੇ ਸੰਬੰਧਿਤ ਸਿਟੀ ਆਫ ਟੋਰਾਂਟੋ ਦਾ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਵੀ ਚੱਕਿਆ ਸੀ। ਸਿਟੀ ਨੇ ਆਪਣੀਆਂ ਸੰਵੇਦਨਸ਼ੀਲ ਥਾਵਾਂ ਤੇ ਕੋਵਿਡ-19 ਦੇ ਖਤਰੇ ਕਾਰਨ N95 ਮਾਸਕ ਪਾਉਣ ਨੂੰ ਲੈ ਕੇ ਦਾੜੀ ਸ਼ੇਵ ਕਰਨ ਦੇ ਫੈਸਲੇ 'ਚ ਧਾਰਮਿਕ ਆਧਾਰ ਤੇ ਛੋਟ ਮੰਗਣ ਵਾਲੇ ਮੁਲਾਜ਼ਮਾਂ ਅਤੇ ਸਿਕਿਉਰਿਟੀ ਗਾਰਡਸ ਨੂੰ ਦਾੜੀ ਸਮੇਤ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸਿੱਖ ਸਿਕਿਉਰਿਟੀ ਗਾਰਡਸ ਨੂੰ ਦੁਬਾਰਾ ਕੰਮ ਤੇ ਲਿਆਉਣ ਲਈ ਪ੍ਰਾਈਵੇਟ ਕੰਟਰੈਕਟਰਸ ਨੂੰ ਆਦੇਸ਼ ਵੀ ਦਿੱਤਾ ਜਾ ਰਿਹਾ ਹੈ। ਸਿਟੀ ਆਫ ਟੋਰਾਂਟੋ ਨੇ ਕਿਹਾ ਹੈ ਕਿ ਜੋ ਮੁਲਾਜ਼ਮ ਧਾਰਮਿਕ ਆਧਾਰ ਤੇ ਦਾੜੀ ਨਹੀਂ ਕਟਵਾ ਸਕਦੇ, ਉਹ ਦਾੜੀ ਸਮੇਤ ਹੀ ਕੰਮ ਕਰ ਸਕਣਗੇ। ਵਿਦੇਸ਼ ਦੀ ਧਰਤੀ ਤੇ ਸਿੱਖਾਂ ਨਾਲ ਹੋ ਰਹੇ ਅਤਿਆਚਾਰ ਦੇ ਖਿਲਾਫ ਇੱਕ ਵਾਰ ਫਿਰ ਤੋਂ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਕੈਨੇਡਾ ਦੇ ਵੱਖ-ਵੱਖ ਸਿਆਸਤਦਾਨਾਂ ਨੇ ਵੀ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦਾ ਸਾਥ ਦਿੱਤਾ ਹੈ। ਗੱਲ ਟੋਰਾਂਟੋ ਸ਼ਹਿਰ ਦੀ ਹੈ। ਟੋਰਾਂਟੋ ਸ਼ਹਿਰ ਵਿੱਚ ਕਲੀਨ ਸ਼ੇਵ ਸਿਕਿਉਰਿਟੀ ਗਾਰਡ ਰੱਖਣ ਲਈ 100 ਸਿੱਖ ਸਿਕਿਉਰਿਟੀ ਗਾਰਡਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਸਟਾਰ ਸਿਕਿਉਰਿਟੀ ਅਤੇ ASP ਸਿਕਿਉਰਿਟੀ ਨੇ ਜਾਂ ਤਾਂ ਸਿੱਖ ਸਿਕਿਉਰਿਟੀ ਗਾਰਡਸ ਨੂੰ ਹਟਾ ਦਿੱਤਾ ਹੈ ਜਾਂ ਫਿਰ ਉਹਨਾਂ ਨੂੰ ਬਦਲਵੀਆਂ ਥਾਵਾਂ ਤੇ ਭੇਜ ਦਿੱਤਾ ਗਿਆ। ਰਿਪੋਰਟਾਂ ਅਨੁਸਾਰ ਇਸ ਮਾਮਲੇ ਵਿੱਚ ਅੱਗੇ ਆਉਂਦਿਆਂ ਸੁਰੱਖਿਆ ਗਾਰਡ ਦੇ ਅਹੁਦੇ ਤੋਂ ਹਟਾ ਦੇਣ ਵਾਲੇ ਇੱਕ ਸਿੱਖ ਨੌਜਵਾਨ ਬੀਰ ਕੰਵਲ ਸਿੰਘ ਨੇ ਕਿਹਾ ਕਿ ਜੇਕਰ ਤੁਸੀਂ ਮੈਨੂੰ ਆਪਣੀ ਦਾੜੀ ਨੂੰ ਕਲੀਨ ਸ਼ੇਵ ਕਰਨ ਲਈ ਕਿਹਾ ਹੈ ਤਾਂ ਇਹ ਕੁਝ ਅਜਿਹਾ ਹੈ ਜਿਵੇਂ ਕਿ ਕਿਸੇ ਹੋਰ ਵਿਅਕਤੀ ਨੂੰ ਉਸ ਦੀ ਚਮੜੀ ਲਾਉਣ ਲਈ ਕਿਹਾ ਜਾਵੇ। ਬੀਰ ਕੰਵਲ ਸਿੰਘ ਨੇ ਆਖਿਆ ਕਿ ਇਹ ਮੇਰੇ ਲਈ ਅਪਮਾਨਜਨਕ ਹੈ। ਇਸ ਮਾਮਲੇ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਮੰਗ ਕੀਤੀ ਹੈ ਕਿ ਟੋਰਾਂਟੋ ਵਿੱਚ ਹਾਲ ਹੀ 'ਚ ਕਲੀਨ ਸ਼ੇਵ ਸੁਰੱਖਿਆ ਗਾਰਡਾਂ ਦੇ ਚੱਕਰ ਵਿੱਚ ਨੌਕਰੀ ਤੋਂ ਕੱਢੇ ਗਏ 100 ਸਿੱਖ ਸਿਕਿਉਰਿਟੀ ਗਾਰਡਸ ਨੂੰ ਮੁੜ ਨੌਕਰੀ ਤੇ ਰੱਖਿਆ ਜਾਵੇ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਕਿਹਾ ਹੈ ਕਿ ਉਸਨੇ ਕਈ ਸੁਰੱਖਿਆ ਗਾਰਡਾਂ ਤੋਂ ਸੁਣਿਆ ਹੈ ਕਿ ਉਹਨਾਂ ਦੇ ਮਾਲਕਾਂ ਵੱਲੋਂ ਰਿਹਾਇਸ਼ ਦੀਆਂ ਪੇਸ਼ਕਸ਼ਾਂ ਜ਼ਰੂਰੀ ਤੌਰ ਤੇ ਡਿਮੋਸ਼ਨ ਸਨ। ਉਹਨਾਂ ਨੂੰ ਘੱਟ ਤਨਖਾਹ ਜਾਂ ਘੱਟ ਸੀਨੀਅਰ ਅਹੁਦੇ ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਜਿਵੇਂ ਕਿ ਸਿੰਘ ਨੂੰ ਕੀਤੀ ਗਈ ਅਤੇ ਕਈਆਂ ਨੂੰ ਸਿਰਫ ਛੁੱਟੀ ਦੇ ਦਿੱਤੀ ਗਈ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਇੱਕ ਪ੍ਰੈਸ ਬਿਆਨ ਵਿੱਚ ਆਖਿਆ ਹੈ ਕਿ ਕਲੀਨ ਸ਼ੇਵ ਗਾਰਡਾਂ ਦੀ ਲੋੜ ਕਾਰਨ 100 ਸਿੱਖ ਸਿਕਿਉਰਿਟੀ ਗਾਰਡਸ ਨੂੰ ਨੌਕਰੀ ਤੋਂ ਕੱਢਣਾ ਗਲਤ ਹੈ। ਖਬਰਾਂ ਮੁਤਾਬਕ ਇਹਨਾਂ ਸਿੱਖ ਸਿਕਿਉਰਿਟੀ ਗਾਰਡਸ ਨੇ ਮੈਡੀਕਲ ਮਾਸਕ ਪਾ ਕੇ ਕੋਰੋਨਾ ਮਹਾਮਾਰੀ ਵਿੱਚ ਸੇਵਾਵਾਂ ਦਿੱਤੀਆਂ ਤੇ ਉਸ ਵੇਲੇ ਕਲੀਨ ਸ਼ੇਵ ਗਾਰਡਸ ਦੀ ਲੋੜ ਨਹੀਂ ਸੀ। ਹੁਣ ਕਲੀਨ ਸ਼ੇਵ ਦਾ ਨਿਯਮ ਬਣਾ ਦਿੱਤਾ ਗਿਆ, ਜਦੋਂ ਕਿ ਸ਼ਹਿਰ ਦੀਆਂ ਸਾਈਟਸ ਤੇ ਆਉਣ ਵਾਲੇ ਸੈਲਾਨੀਆਂ ਨੂੰ ਮਾਸਕ ਪਾਉਣ ਦੀ ਲੋੜ ਵੀ ਨਹੀਂ ਹੈ। ਇਹਨਾਂ ਥਾਵਾਂ ਤੇ ਸਟਾਫ ਤੇ ਸੁਰੱਖਿਆ ਗਾਰਡਸ ਲਈ ਵੀ ਕਲੀਨ ਸ਼ੇਵ ਦੀ ਕੀ ਲੋੜ ਹੈ। ਇਹੋ ਜਿਹਾ ਮਾਮਲਾ ਮਾਰਚ 2020 ਵਿੱਚ ਵੀ ਵਾਪਰਿਆ ਸੀ, ਜਦੋਂ RCMP ਨੇ ਸਿੱਖ ਅਫਸਰਾਂ ਨੂੰ ਹਟਾਇਆ ਸੀ, ਜਦੋਂ ਆਖਿਆ ਗਿਆ ਸੀ ਕਿ ਹਰ ਅਫਸਰ N95 ਮਾਸਕ ਪਾਵੇਗਾ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਇਸ ਨੀਤੀ ਨੂੰ ਬੇਤੁਕਾ ਕਿਹਾ ਹੈ। ਉਹਨਾਂ ਦਾ ਆਖਣਾ ਹੈ ਕਿ ਗਾਰਡਸ ਨੂੰ ਉਹਨਾਂ ਦੇ ਵਿਸ਼ਵਾਸ ਲਈ ਸਜ਼ਾ ਦਿੱਤੀ ਜਾ ਰਹੀ ਹੈ। WHO ਵੱਲੋਂ 7 ਜੂਨ 2022 ਨੂੰ ਮੇਅਰ ਜੌਨ ਟੋਰੀ ਤੇ ਟੋਰਾਂਟੋ ਸਿਟੀ ਕੌਂਸਲ ਦੇ ਸਾਰੇ ਮੈਂਬਰਾਂ ਨੂੰ ਇਸ ਮਾਮਲੇ ਦਾ ਹੱਲ ਜਲਦ ਤੋਂ ਜਲਦ ਕਰਨ ਲਈ ਚਿੱਠੀ ਲਿਖੀ ਗਈ ਸੀ। ਇਸ ਤੋਂ ਬਾਅਦ ਇਸ ਮੰਗ ਦਾ ਸਮਰਥਨ ਕਰਦੇ ਹੋਏ ਕੈਨੇਡਾ ਦੇ ਵੱਖ-ਵੱਖ ਸਿਆਸਤਦਾਨਾਂ ਵੱਲੋਂ ਅਜਿਹਾ ਹੀ ਦੁਬਾਰਾ ਕੀਤਾ ਗਿਆ, ਜਿਨ੍ਹਾਂ ਵਿੱਚ ਸਿੱਖ ਲੀਡਰ ਜਗਮੀਤ ਸਿੰਘ, ਗੁਰਰਤਨ ਸਿੰਘ, ਟਿਮ ਮੁੱਪਲ, ਪ੍ਰਮੀਤ ਸਰਕਾਰੀਆ, ਹਰਦੀਪ ਗਰੇਵਾਲ ਅਤੇ ਸੋਨੀਆ ਸਿੱਧੂ ਵਰਗੇ ਨਾਮ ਵੀ ਸ਼ਾਮਲ ਨੇ। ਇਸ ਮਾਮਲੇ ਵਿੱਚ ਬੋਲਦਿਆਂ ਟੋਰਾਂਟੋ ਦੇ ਮੇਅਰ ਜੌਨ ਟੋਰੀ ਦੇ ਬੁਲਾਰੇ ਡੌਨ ਪੀਟ ਦੇ ਅਨੁਸਾਰ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਟੋਰੀ ਨੇ ਸਿਟੀ ਸਟਾਫ ਨੂੰ ਨੀਤੀ ਜਾਂਚ ਕਰਨ ਲਈ ਕਿਹਾ ਸੀ।
ਪੀਠ ਨੇ ਇਹ ਵੀ ਆਖਿਆ ਕਿ ਮੇਅਰ ਨੇ ਇਸ ਹਫ਼ਤੇ ਸਟਾਫ ਦੇ ਮੈਂਬਰਾਂ ਨਾਲ ਇੱਕ ਬੇਨਤੀ ਕੀਤੀ ਸੀ ਕਿ ਉਹ ਕੰਟਰੈਕਟਰਸ ਨਾਲ ਕੰਮ ਕਰਨ ਲਈ ਇਸ ਮੁੱਦੇ ਨੂੰ ਤੁਰੰਤ ਹੱਲ ਕਰਨ ਅਤੇ ਉਸ ਲਈ ਕੰਮ ਕਰਨ। ਇੱਕ ਲਿਖਤੀ ਬਿਆਨ ਵਿੱਚ ਸਿਟੀ ਦੇ ਸਪੋਕਸਪਰਸਨ ਐਰਨ ਨੇ ਇਸ ਡਿਸਪਿਊਟ ਨੂੰ ਸੁਰੱਖਿਆ ਗਾਰਡਾਂ ਅਤੇ ਉਹਨਾਂ ਦੇ ਨਿੱਜੀ ਮਾਲਕਾਂ ਵਿਚਾਰ ਦਾ ਦੱਸਿਆ ਹੈ, ਨਾ ਕਿ ਸਿਟੀ ਆਫ ਟੋਰਾਂਟੋ ਦਾ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਨੇ ਕਿਹਾ ਹੈ ਕਿ ਪ੍ਰਭਾਵਿਤ ਗਾਰਡਾਂ ਵਿੱਚੋਂ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰੂਪ ਵਿੱਚ ਭਾਰਤ ਤੋਂ ਕੈਨੇਡਾ ਆਏ ਸਨ ਅਤੇ ਉਹਨਾਂ ਨੂੰ ਰੋਜ਼ਗਾਰ ਅਤੇ ਪਰਮਾਨੈਂਟ ਰੈਜ਼ੀਡੈਂਸੀ ਦੀ ਲੋੜ ਹੁੰਦੀ ਹੈ। ਇਹ ਉਹਨਾਂ ਦੇ ਫਿਊਚਰ ਨੂੰ ਖਰਾਬ ਕਰਨ ਵਰਗਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਇਮੀਗ੍ਰੇਸ਼ਨ ਸੰਬੰਧੀ ਪੀਆਰ ਲੈਣ ਲਈ ਵੇਟ ਕਰ ਰਹੇ ਪ੍ਰਵਾਸੀਆਂ ਲਈ ਚੰਗੀ ਖਬਰ ਸਾਹਮਣੇ ਆ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ 6 ਜੁਲਾਈ ਤੋਂ ਜਿਹੜੇ ਡਰਾਜ਼ ਉੱਤੇ ਕਰੋਨਾ ਮਹਾਮਾਰੀ ਕਾਰਨ ਰੋਕ ਲਗਾਈ ਹੋਈ ਸੀ, ਉਹ ਮੁੜ ਤੋਂ ਐਲਾਨੇ ਜਾਣਗੇ। ਫੈਡਰਲ ਲੈਵਲ ਤੇ ਡਰਾਅ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਜ਼ ਕੱਢਣ ਦੀ ਗੱਲ ਵੀ ਆਖੀ ਗਈ ਹੈ। ਕੈਨੇਡਾ ਤੋਂ ਇਮੀਗ੍ਰੇਸ਼ਨ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਟਵਿੱਟਰ ਤੇ ਪੁਸ਼ਟੀ ਕੀਤੀ ਹੈ ਕਿ ਸਾਰੇ ਪ੍ਰੋਗਰਾਮਾਂ ਲਈ ਐਕਸਪ੍ਰੈਸ ਐਂਟਰੀ ਡਰਾਅ, ਜੋ ਕਿ 18 ਮਹੀਨਿਆਂ ਤੋਂ ਵੱਧ ਦੇ ਵਕਫੇ ਤੋਂ ਬਾਅਦ ਹੁਣ 6 ਜੁਲਾਈ ਨੂੰ ਮੁੜ ਸ਼ੁਰੂ ਹੋਵੇਗਾ। ਦੱਸ ਦਈਏ ਕਿ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ FSWP ਅਤੇ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ FSTP ਲਈ ਡਰਾਅ ਦਸੰਬਰ 2020 ਤੋਂ ਹੋਲਡ ਤੇ ਨੇ। ਦੂਜੀ ओर ਕੈਨੇਡੀਅਨ ਐਕਸਪੀਰੀਅੰਸ ਕਲਾਸ CEC ਡਰਾਅ ਸਤੰਬਰ 2021 ਵਿੱਚ ਹੋਲਡ ਤੇ ਰੱਖੇ ਗਏ ਸਨ। ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ ਕੋਵਿਡ-19 ਮਹਾਮਾਰੀ ਕਾਰਨ ਸਰਹੱਦਾਂ ਦੇ ਬੰਦ ਹੋਣ ਅਤੇ ਪਾਬੰਦੀਆਂ ਤੋਂ ਬਾਅਦ ਇਹਨਾਂ ਰੋਕਾਂ ਨੂੰ ਲਾਗੂ ਕੀਤਾ ਸੀ। ਇਹੀ ਕਾਰਨ ਹੈ ਜਿਸ ਕਾਰਨ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਲਈ ਅਰਜ਼ੀਆਂ ਦੀ ਗਿਣਤੀ ਵਿੱਚ ਬੈਕਲੌਗ ਹੋ ਗਿਆ। ਹੁਣ ਇਮੀਗ੍ਰੇਸ਼ਨ ਮੰਤਰੀ ਇਸ ਬੈਕਲੌਗ ਦੀ ਸਮੱਸਿਆ ਨੂੰ ਹੱਲ ਕਰਨ ਵੱਲ ਜੁਟੇ ਹੋਏ ਨੇ, ਜਿਸ ਕਾਰਨ ਐਕਸਪ੍ਰੈਸ ਐਂਟਰੀ 6 ਜੁਲਾਈ 2022 ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਤੁਹਾਨੂੰ ਦੱਸਦੇ ਹਾਂ ਕਿ ਐਕਸਪ੍ਰੈਸ ਐਂਟਰੀ ਆਖਰ ਹੁੰਦਾ ਕੀ ਹੈ। ਐਕਸਪ੍ਰੈਸ ਐਂਟਰੀ ਇੱਕ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਹੈ ਜੋ ਕਿ IRCC ਦੁਆਰਾ ਉਹਨਾਂ ਉਮੀਦਵਾਰਾਂ ਦੀ ਚੋਣ ਕਰਨ ਲਈ ਵਰਤੀ ਜਾਂਦੀ ਹੈ ਜੋ ਉਸ ਨੂੰ ਲੱਗਦਾ ਹੈ ਕਿ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਲਈ ਬੈਸਟ ਸੂਟਡ ਨੇ। ਉਹਨਾਂ ਨੂੰ ਇਕਨੋਮਿਕ ਇਮੀਗ੍ਰੈਂਟਸ ਮੰਨਿਆ ਜਾਂਦਾ ਹੈ, ਮਤਲਬ ਕਿ ਉਹ ਆਪਣੀ ਕੋਰ ਵਰਕਿੰਗ ਏਜ ਵਿੱਚ ਹਨ ਅਤੇ ਲੇਬਰ ਫੋਰਸ ਅਤੇ ਇਕਨੋਮੀ ਵਿੱਚ ਯੋਗਦਾਨ ਪਾਉਂਦੇ ਹੋਏ ਆਪਣੇ ਆਪ ਨੂੰ ਕੈਨੇਡਾ ਵਿੱਚ ਇਕਨੋਮਿਕਲੀ ਐਸਟੈਬਲਿਸ਼ ਕਰਨ ਦੇ ਯੋਗ ਹੋਣਗੇ। ਐਕਸਪ੍ਰੈਸ ਐਂਟਰੀ ਦਾ ਹਿੱਸਾ ਕਿਹੜੇ-ਕਿਹੜੇ ਪ੍ਰੋਗਰਾਮ ਹੁੰਦੇ ਨੇ? ਐਕਸਪ੍ਰੈਸ ਐਂਟਰੀ ਵਿੱਚ ਵੱਖ-ਵੱਖ ਕੰਮ ਦੇ ਵਰਕ ਐਕਸਪੀਰੀਅੰਸ, ਲੈਂਗੁਏਜ ਅਤੇ ਐਜੂਕੇਸ਼ਨ ਰਿਕੁਆਇਰਮੈਂਟਸ, ਇਸ ਦੇ ਨਾਲ ਹੀ NOC ਸਕਿੱਲਸ ਕੋਡਸ, ਹੁਨਰਮੰਦ ਉਮੀਦਵਾਰਾਂ ਲਈ ਤਿਆਰ ਕੀਤੇ ਗਏ 3 ਵੱਖਰੇ-ਵੱਖਰੇ ਪ੍ਰੋਗਰਾਮ ਹੁੰਦੇ ਨੇ। ਪਹਿਲਾ ਪ੍ਰੋਗਰਾਮ ਹੈ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ। ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਯਾਨੀ ਕਿ FSWP ਹੁਨਰਮੰਦ ਕਾਮਿਆਂ ਲਈ ਹੈ ਜਿਨ੍ਹਾਂ ਨੂੰ ਆਕਿਊਪੇਸ਼ਨਸ ਵਿੱਚ ਐਕਸਪੀਰੀਅੰਸ ਹੈ, ਜੋ ਕਿ ਨੈਸ਼ਨਲ ਆਕਿਊਪੇਸ਼ਨਲ ਕਲਾਸੀਫਿਕੇਸ਼ਨ NOC ਸਕਿੱਲਸ ਕੋਡ OA ਜਾਂ ਫਿਰ B ਦੇ ਅਧੀਨ ਆਉਂਦੇ ਨੇ। ਦੂਜਾ ਪ੍ਰੋਗਰਾਮ ਹੈ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ। ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਯਾਨੀ ਕਿ FSTP ਵਿਸ਼ੇਸ਼ ਤੌਰ ਤੇ ਸਕਿਲਡ ਟ੍ਰੇਡਸ ਵਿੱਚ ਐਕਸਪੀਰੀਅੰਸ ਵਾਲੇ ਵਰਕਰਸ ਲਈ ਹੈ। ਇਸ ਵਿੱਚ ਉਮੀਦਵਾਰਾਂ ਕੋਲ ਆਪਣੇ ਵਪਾਰ ਵਿੱਚ 2 ਸਾਲ ਦਾ ਫੁੱਲ ਟਾਈਮ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ। ਤੀਜਾ ਪ੍ਰੋਗਰਾਮ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ। ਕੈਨੇਡੀਅਨ ਐਕਸਪੀਰੀਅੰਸ ਕਲਾਸ ਯਾਨੀ ਕਿ CEC ਉਹਨਾਂ ਉਮੀਦਵਾਰਾਂ ਲਈ ਤਿਆਰ ਕੀਤੀ ਜਾਂਦੀ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਦਾ ਤਜਰਬਾ ਹੋਵੇ। ਉਮੀਦਵਾਰਾਂ ਕੋਲ ਕੈਨੇਡਾ ਵਿੱਚ ਪਿਛਲੇ 3 ਸਾਲਾਂ ਵਿੱਚ 1 ਪੂਰੇ ਸਾਲ ਦਾ ਸਕਿਲਡ ਵਰਕ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਇੱਥੇ ਦੱਸਣਯੋਗ ਹੈ ਕਿ ਐਕਸਪ੍ਰੈਸ ਐਂਟਰੀ 6 ਜੁਲਾਈ ਨੂੰ ਇਸ ਲਈ ਵੀ ਸ਼ੁਰੂ ਹੋ ਰਿਹਾ ਹੈ ਕਿਉਂਕਿ ਬਿੱਲ C-19 ਨੂੰ ਸ਼ਾਹੀ ਮਨਜ਼ੂਰੀ ਮਿਲ ਗਈ ਹੈ। ਇਸ ਲਈ ਐਕਸਪ੍ਰੈਸ ਐਂਟਰੀ ਲਈ ਨਵੇਂ ਬਦਲਾਵ ਜਲਦੀ ਆਉਣਗੇ। ਪ੍ਰਸਤਾਵਿਤ ਤਬਦੀਲੀਆਂ ਦੇ ਤਹਿਤ ਨਵੇਂ ਐਕਸਪ੍ਰੈਸ ਐਂਟਰੀ ਸਿਸਟਮ ਨੂੰ ਮੌਜੂਦਾ ਐਕਸਪ੍ਰੈਸ ਐਂਟਰੀ ਡਰਾਅ ਦੇ ਉਲਟ ਗਰੁੱਪਿੰਗ ਦੇ ਆਧਾਰ ਤੇ ਚਲਾਇਆ ਜਾਵੇਗਾ, ਜੋ ਕਿ ਘੱਟੋ-ਘੱਟ CRS ਕੱਟ ਆਫ ਸਕੋਰ ਤੇ ਉੱਪਰ ਹੈ। ਸਾਰੇ ਉਮੀਦਵਾਰ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀ ਦੇਣ ਲਈ ਸੱਦਾ ਭੇਜਦੇ ਨੇ। ਇਸ ਲਈ ਆਉਣ ਵਾਲੇ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਚੁਣੇ ਜਾਣ ਦੀ ਅਨਿਸ਼ਚਿਤਤਾ ਹੋਰ ਵਧੇਗੀ ਕਿਉਂਕਿ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰਨ ਲਈ ਸੱਦਾ ਸਿਰਫ ਗਰੁੱਪਸ ਦੇ ਅੰਦਰ ਭੇਜਿਆ ਜਾਵੇਗਾ ਅਤੇ ਉਮੀਦਵਾਰ ਗਰੁੱਪ ਯੋਗਤਾ ਲੋੜਾਂ ਨੂੰ ਪੂਰਾ ਕਰਦਾ ਹੈ ਗਰੁੱਪ ਵਿੱਚ ਚੁਣਿਆ ਜਾਵੇਗਾ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਦੇ ਕਈ ਪ੍ਰੋਵਿੰਸਸ ਵੱਲੋਂ PNP ਡਰਾਜ਼ ਕੱਢਿਆ ਗਿਆ ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਇਸ ਵਿੱਚ ਇਹ ਸਭ ਵੀ ਦੱਸਿਆ ਗਿਆ ਹੈ ਕਿ ਜੂਨ ਮਹੀਨੇ ਦੌਰਾਨ ਇਮੀਗ੍ਰੇਸ਼ਨ ਲਈ ਕਿਸ ਤਰ੍ਹਾਂ ਦਾ ਰਿਹਾ ਹੈ। PNP ਡਰਾਜ਼ ਵਿੱਚ ਜਿਨ੍ਹਾਂ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ ਨੇ ਉਸ ਬਾਰੇ ਪ੍ਰੋਵਿੰਸਸ ਵੱਲੋਂ ਡਿਟੇਲਸ ਸਾਂਝੀਆਂ ਕੀਤੀਆਂ ਗਈਆਂ ਨੇ। ਆਓ ਨਜ਼ਰ ਮਾਰਦੇ ਹਾਂ PNP ਕੀ ਹੁੰਦਾ ਹੈ ਤੇ ਉਹਨਾਂ ਦੀ ਡਿਟੇਲਸ ਦੇ ਬਾਰੇ।
ਕੈਨੇਡਾ ਤੋਂ ਇਮੀਗ੍ਰੇਸ਼ਨ ਸੰਬੰਧੀ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡਾ ਦੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਯਾਨੀ ਕਿ PNP ਪਿਛਲੇ ਮਹੀਨੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਲਈ ਅਰਜ਼ੀ ਦੇਣ ਲਈ 3000 ਤੋਂ ਵੱਧ ਸੱਦੇ ਜਾਰੀ ਕੀਤੇ ਗਏ ਸੀ। ਹੁਣ ਇਸ ਖਾਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ PNP ਕੀ ਹੈ, ਇਸ ਵਿੱਚ ਕਿਹੜੀਆਂ ਸ਼੍ਰੇਣੀਆਂ ਸ਼ਾਮਲ ਹੁੰਦੀਆਂ ਨੇ, ਇਸ ਦਾ ਐਕਸਪ੍ਰੈਸ ਐਂਟਰੀ ਨਾਲ PNP ਦਾ ਕੀ ਲਿੰਕ ਹੈ, ਕਿਹੜੇ ਸੂਬਿਆਂ ਵੱਲੋਂ PNP ਡਰਾਅ ਕੱਢੇ ਜਾਂਦੇ ਨੇ ਅਤੇ ਉਸ ਵਿੱਚ ਕਿਹੜੀਆਂ ਸ਼੍ਰੇਣੀਆਂ ਸ਼ਾਮਲ ਹੁੰਦੀਆਂ ਨੇ ਅਤੇ ਕਿਹਨਾਂ ਪ੍ਰਵਾਸੀਆਂ ਨੂੰ ਪੱਕੇ ਹੋਣ ਦਾ ਮੌਕਾ ਮਿਲਿਆ ਹੈ। PNP ਇੱਕ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਜੋ ਕਿ ਫੈਡਰਲ, ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਸਰਕਾਰਾਂ ਦੁਆਰਾ ਸਾਂਝੇ ਤੌਰ ਤੇ ਪ੍ਰਬੰਧਿਤ ਕੀਤਾ ਜਾਂਦਾ ਹੈ। ਇਹ ਕੈਨੇਡੀਅਨ ਪ੍ਰੋਵਿੰਸ਼ੀਅਲ ਅਤੇ ਟੈਰੀਟਰੀਜ਼ ਨੂੰ ਉਹਨਾਂ ਦੀਆਂ ਲੇਬਰ ਮਾਰਕੀਟ ਲੋੜਾਂ ਅਤੇ ਆਰਥਿਕ ਵਿਕਾਸ ਦੇ ਉਦੇਸ਼ਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਲਈ ਉਹਨਾਂ ਦੀਆਂ ਆਪਣੀਆਂ ਇਮੀਗ੍ਰੇਸ਼ਨ ਧਾਰਾਵਾਂ ਬਣਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਐਕਸਪ੍ਰੈਸ ਐਂਟਰੀ ਉਮੀਦਵਾਰ ਜੋ ਕਿ PNP ਤੋਂ ਨੋਮੀਨੇਸ਼ਨ ਪ੍ਰਾਪਤ ਕਰਦੇ ਹਨ, ਉਹਨਾਂ ਦੇ ਬੇਸ ਸਕੋਰ ਵਿੱਚ ਆਪਣੇ ਆਪ 600 ਕੰਪਰੀਹੈਂਸਿਵ ਰੈਂਕਿੰਗ ਸਿਸਟਮ ਯਾਨੀ ਕਿ CRS ਪੁਆਇੰਟਸ ਸ਼ਾਮਲ ਹੁੰਦੇ ਨੇ। ਜੂਨ ਦੇ ਵਿੱਚ 1568 ਉਮੀਦਵਾਰਾਂ ਨੂੰ ਦੋ ਵੱਖ-ਵੱਖ PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅਸ ਵਿੱਚ ਅਪਲਾਈ ਕਰਨ ਲਈ ਇਨਵੀਟੇਸ਼ਨ ਪ੍ਰਾਪਤ ਹੋਏ ਨੇ। ਵਰਤਮਾਨ ਵਿੱਚ ਐਕਸਪ੍ਰੈਸ ਐਂਟਰੀ ਬੈਕਲੌਗ ਨੂੰ ਕਢਾਉਣ ਲਈ FSWP ਅਤੇ CEC ਸੱਦੇ ਰੋਕੇ ਹੋਏ ਨੇ, ਜੋ ਕਿ ਮਹਾਮਾਰੀ ਦੁਆਰਾ ਲਿਆਂਦੀਆਂ ਗਈਆਂ ਪ੍ਰਬੰਧੀ ਚੁਣੌਤੀਆਂ ਦੇ ਕਾਰਨ ਵਧਿਆ ਸੀ। ਹਾਲਾਂਕਿ ਪਿਛਲੇ ਹਫ਼ਤੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਘੋਸ਼ਣਾ ਕੀਤੀ ਕਿ FSWP ਅਤੇ CEC ਉਮੀਦਵਾਰਾਂ ਲਈ ਐਕਸਪ੍ਰੈਸ ਐਂਟਰੀ ਦੇ ਸੱਦੇ 6 ਜੁਲਾਈ ਦੇ ਕਰੀਬ ਤੋਂ ਮੁੜ ਸ਼ੁਰੂ ਹੋਣੇ ਚਾਹੀਦੇ ਨੇ। ਇਮੀਗ੍ਰੇਸ਼ਨ ਮੰਤਰੀ ਨੇ ਇਹ ਵੀ ਕਿਹਾ ਸੀ ਕਿ IRCC ਦੁਆਰਾ ਨਿਰਧਾਰਿਤ 6 ਮਹੀਨੇ ਦੇ ਸੇਵਾ ਮਿਆਦ ਦੇ ਅੰਦਰ ਜ਼ਿਆਦਾਤਰ ਨਵੀਆਂ ਐਕਸਪ੍ਰੈਸ ਐਂਟਰੀ ਅਰਜ਼ੀਆਂ ਤੇ ਦੁਬਾਰਾ ਕਾਰਵਾਈ ਕੀਤੀ ਜਾਵੇਗੀ। ਹੁਣ ਗੱਲ ਕਰਾਂਗੇ ਕਿ ਕੈਨੇਡਾ ਵਿੱਚ ਕਿਹੜੇ-ਕਿਹੜੇ ਪ੍ਰੋਵਿੰਸਸ ਵੱਲੋਂ PNP ਡਰਾਅ ਕੱਢੇ ਗਏ ਅਤੇ ਕਿੰਨੇ ਉਮੀਦਵਾਰਾਂ ਨੂੰ ਫਾਇਦਾ ਹੋਇਆ। ਗੱਲ ਕਰੀਏ ਐਲਬਰਟਾ ਦੀ ਤਾਂ ਜੂਨ ਵਿੱਚ ਐਲਬਰਟਾ ਨੇ ਇੱਕ ਐਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ AAIP ਡਰਾਅ ਦੇ ਨਤੀਜੇ ਜਾਰੀ ਕੀਤੇ। ਪ੍ਰੋਵਿੰਸ ਨੇ 150 ਉਮੀਦਵਾਰਾਂ ਨੂੰ ਐਲਬਰਟਾ ਐਕਸਪ੍ਰੈਸ ਐਂਟਰੀ ਸਟ੍ਰੀਮ ਦੇ ਤਹਿਤ 16 ਜੂਨ ਨੂੰ ਸਬਾਈ ਨਾਮਜ਼ਦਗੀ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ। ਸੱਦੇ ਗਏ ਉਮੀਦਵਾਰਾਂ ਨੂੰ ਸੱਦਾ ਦੇਣ ਲਈ ਘੱਟੋ-ਘੱਟ 306 ਦੇ CRS ਸਕੋਰ ਦੀ ਲੋੜ ਹੁੰਦੀ ਹੈ। ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦੀ। ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਯਾਨੀ ਕਿ BCPNP ਵੀਕਲੀ ਡਰਾਅ ਕਰਦਾ ਹੈ ਅਤੇ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ, ਸਕਿਲਸ ਇਮੀਗ੍ਰੈਂਟਸ, DTEC ਅਤੇ ਐਂਟਰਪ੍ਰੈਨਿਓਰ ਰੀਜਨਲ ਪਾਇਲਟ ਸਟ੍ਰੀਮਸ ਦੇ ਤਹਿਤ ਪ੍ਰੋਵਿੰਸ਼ੀਅਲ ਨੋਮੀਨੇਸ਼ਨਸ ਲਈ ਅਰਜ਼ੀ ਦੇਣ ਲਈ ਸਭ ਤੋਂ ਵੱਧ ਸਕੋਰ ਵਾਲੇ ਉਮੀਦਵਾਰਾਂ ਨੂੰ ਸੱਦਾ ਦਿੰਦਾ ਹੈ। ਪ੍ਰੋਵਿੰਸ ਵਿੱਚ ਉਹਨਾਂ ਉਮੀਦਵਾਰਾਂ ਲਈ ਵਿਸ਼ੇਸ਼ ਡਰਾਅ ਵੀ ਕੱਢੇ ਜਾਂਦੇ ਨੇ ਜਿਨ੍ਹਾਂ ਦੇ ਕਿੱਤੇ ਨੂੰ ਤਰੀਜ ਵਜੋਂ ਪਛਾਣਿਆ ਗਿਆ। ਜੂਨ ਵਿੱਚ 600 ਤੋਂ ਵੱਧ ਇਮੀਗ੍ਰੇਸ਼ਨ ਉਮੀਦਵਾਰਾਂ ਨੂੰ ਪ੍ਰੋਵਿੰਸ ਤੋਂ ਸੱਦਾ ਪੱਤਰ ਮਿਲਿਆ ਸੀ। ਮੈਨੀਟੋਬਾ ਦੇ ਵਿੱਚ ਰੈਗੂਲਰਲੀ 3 ਸਟ੍ਰੀਮਸ ਰਾਹੀਂ ਸੱਦੇ ਕੱਢੇ ਜਾਂਦੇ ਨੇ, ਜੋ ਕਿ ਨੇ ਮੈਨੀਟੋਬਾ ਸਕਿੱਲ ਵਰਕਰਸ, ਸਕਿਲਡ ਵਰਕਰ ਓਵਰਸੀਜ਼ ਅਤੇ ਇੰਟਰਨੈਸ਼ਨਲ ਐਜੂਕੇਸ਼ਨ ਸਟ੍ਰੀਮ। ਪ੍ਰੋਵਿੰਸ ਨੇ ਪਿਛਲੇ ਮਹੀਨੇ ਇੱਕ ਡਰਾਅ ਕਰਵਾਇਆ ਸੀ। ਅਪਲਾਈ ਕਰਨ ਲਈ ਕੁੱਲ 146 ਸਲਾਹ ਪੱਤਰ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚੋਂ 34 ਉਹਨਾਂ ਉਮੀਦਵਾਰਾਂ ਨੂੰ ਭੇਜੇ ਗਏ ਸਨ ਜਿਨ੍ਹਾਂ ਕੋਲ ਵੈਧ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਸੀ। ਖਾਸ ਤੌਰ ਤੇ ਮੈਨੀਟੋਬਾ ਵਿੱਚ ਸਕਿਲਡ ਵਰਕਰਸ ਦੇ ਉਮੀਦਵਾਰਾਂ ਨੂੰ ਇਸ ਡਰਾਅ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਉਸ ਤੋਂ ਬਾਅਦ 21 ਜੂਨ ਨੂੰ ਪ੍ਰੋਵਿੰਸ ਨੇ 14 ਸੱਦੇ ਜਾਰੀ ਕੀਤੇ ਨੇ। ਅਜਿਹਾ ਇੱਕ ਡਰਾਅ ਆਯੋਜਿਤ ਵੀ ਕੀਤਾ ਗਿਆ ਸੀ। ਗੱਲ ਕਰਦੇ ਹਾਂ ਓਨਟਾਰੀਓ ਦੀ। ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ OINP ਨੇ ਜੂਨ ਵਿੱਚ ਹੋਏ 9 ਡਰਾਅ ਦੇ ਨਤੀਜੇ ਜਾਰੀ ਕੀਤੇ ਨੇ। ਓਨਟਾਰੀਓਜ਼ ਐਕਸਪ੍ਰੈਸ ਐਂਟਰੀ ਫ੍ਰੈਂਚ ਸਪੀਕਿੰਗ ਸਕਿਲਡ ਵਰਕਰ FSSW ਰਾਹੀਂ 2 ਡਰਾਅ ਆਯੋਜਿਤ ਕੀਤੇ ਗਏ ਸਨ। ਪਹਿਲਾ ਡਰਾਅ 9 ਜੂਨ ਨੂੰ ਆਯੋਜਿਤ ਕੀਤਾ ਗਿਆ ਸੀ ਅਤੇ ਪ੍ਰੋਵਿੰਸ ਨੇ 481 ਜਾਂ ਇਸ ਤੋਂ ਵੱਧ ਦੇ ਸਕੋਰ ਅਤੇ ਟੀਚੇ ਵਾਲੇ ਕਿੱਤਿਆਂ ਨੂੰ 153 ਉਮੀਦਵਾਰਾਂ ਵੱਲੋਂ ਸੱਦਾ ਦਿੱਤਾ ਗਿਆ ਸੀ। ਦੂਜਾ ਡਰਾਅ 21 ਜੂਨ ਨੂੰ ਆਯੋਜਿਤ ਕੀਤਾ ਗਿਆ ਸੀ ਅਤੇ ਪ੍ਰੋਵਿੰਸ ਨੇ 440 ਜਾਂ ਇਸ ਤੋਂ ਵੱਧ ਦੇ ਸਕੋਰ ਅਤੇ ਇੱਕ ਨਿਸ਼ਾਨ ਪੇਸ਼ੇ ਵਾਲੇ 356 ਉਮੀਦਵਾਰਾਂ ਨੂੰ ਸੱਦਾ ਦਿੱਤਾ ਸੀ। ਓਨਟਾਰੀਓ ਨੇ ਇੰਪਲੋਇਰ ਜੌਬ ਆਫਰ ਤੋਂ 1721 ਉਮੀਦਵਾਰਾਂ ਨੂੰ ਵੀ ਸੱਦਾ ਦਿੱਤਾ ਹੈ। ਫੋਰਨ ਵਰਕਰ, ਇਨ ਡਿਮਾਂਡ ਸਕਿਲਸ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਮਾਸਟਰਸ ਗ੍ਰੈਜੂਏਟ ਸਟ੍ਰੀਮ ਅਤੇ PhD ਗ੍ਰੈਜੂਏਟ ਸਟ੍ਰੀਮ ਇਹ ਡਰਾਅ 1 ਅਤੇ 29 ਜੂਨ ਨੂੰ ਹੋਏ ਸਨ। ਇਸ ਤੋਂ ਇਲਾਵਾ ਜੂਨ ਦੇ ਵਿੱਚ OINP ਨੇ ਘੋਸ਼ਣਾ ਕੀਤੀ ਸੀ ਕਿ ਇਸ ਨੂੰ ਫੈਡਰਲ ਸਰਕਾਰ ਤੋਂ ਆਪਣਾ 2022 ਨਾਮਜ਼ਦਗੀ ਯਾਨੀ ਕਿ ਐਲੋਕੇਸ਼ਨ ਪ੍ਰਾਪਤ ਹੋਈ ਹੈ। ਪ੍ਰੋਵਿੰਸ ਨੂੰ 2022 ਲਈ 9750 ਨਾਮਜ਼ਦਗੀਆਂ ਅਲਾਟ ਕੀਤੀਆਂ ਜਾ ਰਹੀਆਂ ਨੇ। ਹੁਣ ਗੱਲ ਕਰਾਂਗੇ ਆਖਰੀ ਸੂਬੇ ਦੀ, ਪ੍ਰਿੰਸ ਐਡਵਰਡ ਆਈਲੈਂਡ।
ਪ੍ਰਿੰਸ ਐਡਵਰਡ ਆਈਲੈਂਡ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ PEI-PNP ਡਰਾਅ ਪ੍ਰੀ ਸ਼ੈਡਿਊਲਡ ਅਤੇ ਮਹੀਨੇ ਵਿੱਚ ਇੱਕ ਵਾਰ ਹੀ ਆਰਗੇਨਾਈਜ਼ ਕੀਤਾ ਜਾਂਦਾ ਹੈ। PEI-PNP ਨੇ 16 ਜੂਨ ਨੂੰ ਡਰਾਅ ਆਯੋਜਿਤ ਕੀਤਾ ਸੀ ਅਤੇ ਲੇਬਰ ਇੰਪੈਕਟ ਅਤੇ ਐਕਸਪ੍ਰੈਸ ਐਂਟਰੀ ਸਟਰੀਮ ਤੋਂ 127, ਇਸ ਦੇ ਨਾਲ ਹੀ ਬਿਜ਼ਨਸ ਇੰਪੈਕਟ ਸਟਰੀਮ ਤੋਂ 9 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ। ਹੁਣ ਤੁਹਾਨੂੰ ਦਵਾਂਗੇ PNP ਅਤੇ ਐਕਸਪ੍ਰੈਸ ਐਂਟਰੀ ਬਾਰੇ ਹੋਰ ਜਾਣਕਾਰੀ। ਦੱਸ ਦੇਈਏ ਕਿ ਕੈਨੇਡਾ ਨੇ 1998 ਵਿੱਚ ਇਮੀਗ੍ਰੇਸ਼ਨ ਦੇ ਲਾਭਾਂ ਨੂੰ ਪ੍ਰੋਵਿੰਸਸ ਵਿੱਚ ਹੋਰ ਸਮਾਨ ਰੂਪ ਵਿੱਚ ਫੈਲਾਉਣ ਅਤੇ ਦੇਸ਼ ਦੇ ਛੋਟੇ ਪ੍ਰੋਵਿੰਸਸ ਅਤੇ ਘੱਟ ਆਬਾਦੀ ਵਾਲੇ ਖੇਤਰਾਂ 'ਚ ਇਮੀਗ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਲਈ PNP ਦੀ ਸ਼ੁਰੂਆਤ ਕੀਤੀ ਸੀ। ਅੱਜ ਦੇ ਸਮੇਂ ਵਿੱਚ ਕੈਨੇਡਾ 'ਚ ਜ਼ਿਆਦਾਤਰ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲਸ ਦੇ ਵਿੱਚ ਆਰਥਿਕ ਇਮੀਗ੍ਰੇਸ਼ਨ PNP ਦਾ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਵਾਸਤਵ ਵਿੱਚ ਬਹੁਤ ਸਾਰੇ ਛੋਟੇ ਕੈਨੇਡੀਅਨ ਪ੍ਰੋਵਿੰਸਸ ਜਿਵੇਂ ਕਿ ਨਿਊਫਾਊਂਡਲੈਂਡ ਅਤੇ ਲੈਬਰਾਡੋਰ, ਪ੍ਰਿੰਸ ਐਡਵਰਡ ਆਈਲੈਂਡ, ਨੋਵਾ ਸਕੋਸ਼ੀਆ, ਨਿਊ ਬ੍ਰਿੰਸਵਿਕ, ਮੈਨੀਟੋਬਾ ਅਤੇ ਸਕੈਚੁਅਨ ਆਪਣੀ ਡੈਮੋਗ੍ਰਾਫਿਕ ਅਤੇ ਲੇਬਰ ਫੋਰਸ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ PNP ਪ੍ਰੋਗਰਾਮ ਤੇ ਨਿਰਭਰ ਕਰਦੇ ਨੇ। 2024 ਤੱਕ ਇਕੱਲੇ PNPs ਦੇ ਨਤੀਜੇ ਵਜੋਂ ਪ੍ਰਤੀ ਸਾਲ 93,000 ਤੋਂ ਵੱਧ ਪ੍ਰਵਾਸੀਆਂ ਨੂੰ ਪਰਮਾਨੈਂਟ ਰੈਜ਼ੀਡੈਂਸ ਵਜੋਂ ਦਾਖਲ ਕੀਤੇ ਜਾਣ ਦੀ ਉਮੀਦ ਕਰ ਰਹੇ ਆ। ਇਸ ਦੇ ਨਾਲ ਹੀ ਕੈਨੇਡਾ ਦੇ ਕਿਊਬਿਕ ਅਤੇ ਨੁਨਵਾਦ ਦੇ ਇਲਾਵਾ ਕਈ ਪ੍ਰੋਵਿੰਸਸ ਅਤੇ ਟੈਰੀਟਰੀਜ਼ ਆਪਣੇ ਖੁਦ ਦੇ PNP ਚਲਾਉਂਦੇ ਨੇ। ਹਾਲਾਂਕਿ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪਰਮਾਨੈਂਟ ਰੈਜ਼ੀਡੈਂਸ ਤੋਂ ਵੱਖਰੀ ਹੁੰਦੀ ਹੈ, ਪਰ ਇਹ ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਤੋਂ ਓਵਰਆਲ ਕੈਨੇਡਾ ਦੇ ਵਿੱਚ 80 ਤੋਂ ਵੱਧ PNPs ਨੇ ਜਿਨ੍ਹਾਂ ਵਿੱਚ ਸੰਭਾਵੀ ਉਮੀਦਵਾਰ ਪਰਮਾਨੈਂਟ ਰੈਜ਼ੀਡੈਂਸੀ ਪ੍ਰਾਪਤ ਕਰ ਸਕਦੇ ਨੇ। ਇਹ ਸਿੱਧੇ ਪ੍ਰੋਵਿੰਸ ਨੂੰ ਅਰਜ਼ੀ ਦੇ ਕੇ ਜਾਂ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੁਆਰਾ ਕੀਤਾ ਜਾ ਸਕਦਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਆਪਣੀਆਂ ਸੇਵਾਵਾਂ ਤੇ ਫੀਸਾਂ ਲਈ ਵਾਧੇ ਦਾ ਐਲਾਨ ਕੀਤਾ ਹੈ, ਜਿਸ 'ਚ ਸਭ ਤੋਂ ਜ਼ਿਆਦਾ ਫੀਸ ਦਾ ਵਾਧਾ ਰੈਜ਼ੀਡੈਂਸੀ ਸ਼੍ਰੇਣੀ ਲਈ ਕੀਤਾ ਗਿਆ। ਆਓ ਨਜ਼ਰ ਮਾਰਦੇ ਹਾਂ ਕਿਹੜੀ ਸ਼੍ਰੇਣੀ ਵਿੱਚ ਕਿੰਨੀ ਫੀਸ ਦਾ ਵਾਧਾ ਹੋਇਆ। ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਆਪਣੀ ਸੇਵਾਵਾਂ ਤੇ ਫੀਸਾਂ ਲਈ ਵਾਧੇ ਦਾ ਐਲਾਨ ਕੀਤਾ ਹੈ। ਇਹ ਫੈਸਲਾ 31 ਜੁਲਾਈ 2022 ਤੋਂ ਅਮਲ ਵਿੱਚ ਆਵੇਗਾ। ਫੀਸਾਂ ਤੇ ਹੋਰ ਸੇਵਾਵਾਂ ਵਿੱਚ ਔਸਤਨ 40 ਤੋਂ ਵੱਧ ਫੀਸਦੀ ਦਾ ਵਾਧਾ ਐਲਾਨਿਆ ਗਿਆ। ਸਭ ਤੋਂ ਜ਼ਿਆਦਾ ਫੀਸ ਦਾ ਵਾਧਾ ਰੈਜ਼ੀਡੈਂਸੀ ਸ਼੍ਰੇਣੀ ਲਈ ਕੀਤਾ ਜਾ ਰਿਹਾ ਹੈ। ਵਿਜ਼ਿਟਰ ਵੀਜ਼ਾ ਨਾਲ ਸੰਬੰਧਿਤ ਬਹੁਤੀਆਂ ਸ਼੍ਰੇਣੀਆਂ ਤੇ ਪੈਸੀਫਿਕ ਫੋਰਡਕਸ ਸ਼੍ਰੇਣੀ ਨਾਲ ਸੰਬੰਧਿਤ ਵੀਜ਼ਿਆਂ ਦੀਆਂ ਫੀਸਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਹੁਨਰਮੰਦ ਪ੍ਰਵਾਸੀ ਰੈਜ਼ੀਡੈਂਸ ਸ਼੍ਰੇਣੀ ਦੀ ਸੀਮਾ $5,000 ਹੋਵੇਗੀ। ਫੀਸਾਂ ਦੀ ਸੂਚੀ ਤੁਸੀਂ ਹੁਣ ਦੇਖ ਸਕਦੇ ਹੋ। ਦੂਜੇ ਪਾਸੇ ਕੋਰੋਨਾ ਦਾ ਪ੍ਰਸਾਰ ਘਟਣ ਤੋਂ ਬਾਅਦ ਲੋਕਾਂ ਨੇ ਟਰੈਵਲ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਚਲਦਿਆਂ ਨਿਊਜ਼ੀਲੈਂਡ ਸਰਕਾਰ ਵੱਲੋਂ ਨਿਊਜ਼ੀਲੈਂਡ ਰਹਿੰਦਿਆਂ ਨੂੰ ਪੱਕਿਆ ਕਰਨ ਲਈ ਸ਼ੁਰੂ ਕੀਤਾ ਵਨ ਆਫ ਸੈਟਲਮੈਂਟ ਰੈਜ਼ੀਡੈਂਸ ਵੀਜ਼ਾ ਲਈ ਹੁਣ ਤੱਕ 2,02,342 ਤੋਂ ਵਧੇਰੇ ਪ੍ਰਵਾਸੀ ਅਪਲਾਈ ਕਰ ਚੁੱਕੇ ਨੇ। ਬੀਤੇ ਸਾਲ ਸਤੰਬਰ ਵਿੱਚ ਜਦੋਂ ਇਹ ਯੋਜਨਾ ਬਾਰੇ ਐਲਾਨ ਹੋਇਆ ਸੀ ਤਾਂ ਸਰਕਾਰ ਨੂੰ ਆਸ ਸੀ ਕਿ ਇਸ ਯੋਜਨਾ ਤਹਿਤ 1,65,000 ਪ੍ਰਵਾਸੀਆਂ ਨੂੰ ਪੱਕਿਆ ਕੀਤਾ ਜਾਵੇਗਾ। ਸਰਕਾਰ ਨੂੰ ਅੰਦਾਜ਼ਾ ਸੀ ਕਿ ਇਸ ਕੋਟੇ ਤੋਂ 1.5 ਗੁਣਾ ਤੱਕ ਵਧੇਰੇ ਅਰਜ਼ੀਆਂ ਮਿਲਣਗੀਆਂ, ਪਰ ਇਹ ਗਿਣਤੀ 2 ਗੁਣਾ ਤੋਂ ਹੀ ਵਧੇਰੇ ਪਾਰ ਕਰ ਚੁੱਕੀ ਹੈ। ਅਰਜ਼ੀਆਂ ਨੂੰ ਲਾਉਣ ਦੀ ਆਖਰੀ ਤਾਰੀਖ ਇਸ ਜੁਲਾਈ ਦੇ ਅੰਤ ਤੱਕ ਸੀ ਤੇ ਹੁਣ ਇਹਨਾਂ ਅਰਜ਼ੀਆਂ ਬਾਰੇ ਇਸ ਸਾਲ ਦੇ ਅੰਤ ਤੱਕ ਫੈਸਲਾ ਲਿਆ ਜਾਣਾ ਸੀ। ਪਰ ਸਾਬਕਾ ਇਮੀਗ੍ਰੇਸ਼ਨ ਮਿਨਿਸਟਰ ਕ੍ਰਿਸ ਫਾਫੋਈ ਨੇ ਬੀਤੇ ਮਹੀਨੇ ਇਹ ਐਲਾਨ ਕੀਤਾ ਸੀ ਕਿ ਇਹਨਾਂ ਫਾਈਲਾਂ ਦੀ ਪ੍ਰੋਸੈਸਿੰਗ ਨੂੰ ਲੋੜ ਤੋਂ ਵੱਧ 6 ਮਹੀਨੇ ਹੋਰ ਦਾ ਸਮਾਂ ਲੱਗੇਗਾ। ਇਸ ਕਾਰਨ IT ਸਮੱਸਿਆਵਾਂ ਨੂੰ ਦੱਸਿਆ ਜਾ ਰਿਹਾ ਹੈ। ਆંકੜੇ ਦੱਸਦੇ ਨੇ ਕਿ ਦਸੰਬਰ ਤੱਕ ਇਸ ਯੋਜਨਾ ਤਹਿਤ 57,000 ਪ੍ਰਵਾਸੀਆਂ ਨੂੰ ਪੱਕੀ ਰਿਹਾਇਸ਼ ਯਾਨੀ ਕਿ ਪਰਮਾਨੈਂਟ ਰੈਜ਼ੀਡੈਂਸੀ ਮਿਲ ਚੁੱਕੀ ਹੈ ਤੇ 100 ਦੇ ਲਗਭਗ ਦੀਆਂ ਫਾਈਲਾਂ ਰੱਦ ਕੀਤੀਆਂ ਜਾ ਚੁੱਕੀਆਂ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਅੱਜ ਦੇ ਇਸ ਬੁਲਟਨ 'ਚ ਬਸ ਇੰਨਾ ਹੀ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।